ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ। ਗੁਰ ਨਾਨਕ ਕੀ ਵਡਿਆਈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਸਮੁੱਚੀ ਮਾਨਵਤਾ ਦੇ ਸਾਂਝੇ ਗੁਰੂ, ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਾਡੇ ਸਾਰਿਆਂ ਦੇ ਉੱਪਰ, ਜੋ ਸਤਿਗੁਰਾਂ ਨੇ ਤਰੁੱਠ ਕਰਕੇ ਸਮੇਂ ਤੇ ਸਵਾਸਾਂ ਨੂੰ ਸਫਲਿਆ ਕਰਨ ਦੇ ਲਈ ਸਤ ਸੰਗਤ ਦੀਆਂ ਮਹਾਨ ਘੜੀਆਂ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਹੈ। ਦੁਨਿਆਵੀ ਤੌਰ ਤੇ ਕਿਸੇ ਪ੍ਰਾਣੀ ਦੇ ਕੋਲ ਜ਼ਿਆਦਾ ਧਨ ਦੌਲਤ ਹੋਵੇ, ਕੋਈ ਬਹੁਤ ਜ਼ਿਆਦਾ ਜ਼ੋਰ ਵਾਲਾ ਬਲ ਵਾਲਾ ਹੋਵੇ, ਕੋਈ ਸਰੀਰ ਕਰਕੇ ਸੁਹੱਪਨ ਦੇ ਨਾਲ ਭਰਿਆ ਹੋਵੇ, ਕੋਈ ਦਾਨਸ਼ਮੰਦ ਅਕਲ ਵਾਲਾ ਤੀਖਣ ਬੁੱਧੀ ਵਾਲਾ ਹੋਵੇ, ਕੋਈ ਵਡੇਰੀ ਉਮਰ ਦਾ ਮਾਲਕ ਹੋਵੇ, ਕਿਸੇ ਦੇ ਮਗਰ ਚਾਰ ਲੋਕ ਸਿਰ ਝੁਕਾ ਕੇ ਚੱਲਦੇ ਹੋਵਣ, ਕਿਸੇ ਦੀ ਸਰਕਾਰੇ ਦਰਬਾਰੇ ਚੱਲਦੀ ਹੋਵੇ, ਤੇ ਅਸੀਂ ਆਮ ਤੌਰ ਤੇ ਉਸ ਪ੍ਰਾਣੀ ਦੇ ਪਰਥਾਏ ਸ਼ਬਦ ਵਰਤਦੇ ਆ, ਇਹਦੀ ਕਿਸਮਤ ਬੜੀ ਚੰਗੀ ਹੈ, ਇਹਦੇ ਭਾਗ ਚੰਗੇ ਨੇ, ਇਹ ਵੱਡਿਆਂ ਭਾਗਾਂ ਵਾਲਾ ਹੈ। ਪਰ ਜੇ ਇਹੋ ਸਵਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਰੀਏ ਕਿ ਦਾਤਾ ਜੀ, ਇੱਦਾਂ ਦੇ ਬੰਦੇ ਦੀ ਤੁਹਾਡੀ ਨਜ਼ਰ ਦੇ ਵਿੱਚ ਕੀ ਔਕਾਤ, ਕੀ ਅਹਿਮੀਅਤ ਹੈ, ਤੇ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਪਜੀ ਸਾਹਿਬ ਜੀ ਦੇ ਅੰਦਰ ਬੜੇ ਪਿਆਰ ਭਰੇ ਬਚਨਾਂ ਦੇ ਨਾਲ ਸਾਨੂੰ ਸਮਝਾਉਂਦੇ ਨੇ। ਮਹਾਰਾਜ ਕਹਿੰਦੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਐ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ। ਤਵੱਜੋ ਦਿਓ, ਮਹਾਰਾਜ ਕਹਿੰਦੇ ਕੀ ਹੋਇਆ, ਜੇ ਦੁਨਿਆਵੀ ਤੌਰ ਤੇ ਉਮਰ ਵਡੇਰੀ ਹੈ, ਲੋਕ ਝੁਕ ਕੇ ਨਮਸਕਾਰ ਕਰਦੇ ਨੇ, ਸੋਹਣਾ ਵੀ ਹੈ, ਸੁਹੱਪਨ ਦੇ ਨਾਲ ਭਰਿਆ ਹੋਇਆ ਵੀ ਹੈ, ਪਰ ਜੇ ਤਿਸ ਨਦਰ ਨਾ ਆਵਈ, ਜੇ ਉਹ ਰੱਬ ਅਕਾਲ ਪੁਰਖ ਪਰਮਾਤਮਾ ਦੀ ਨਜ਼ਰੋ ਰਹਿਮਤ ਦਾ ਪਾਤਰ ਨਹੀਂ, ਤੇ ਸਾਹਿਬ ਕਹਿੰਦੇ ਤਾਂ ਬਾਤ ਨਾ ਪੁੱਛੈ ਕਿ ਕਈ ਵਾਰ ਇਦਾਂ ਦਾ ਸਮਾਂ ਬਣ ਜਾਂਦਾ ਏ
ਸਮਾਜ ਤੇ ਬੜੀ ਦੂਰ ਦੀ ਗੱਲ ਹੈ, ਮੰਜੇ ਤੇ ਬੈਠਿਆਂ ਨੂੰ ਘਰ ਵਾਲੇ ਵੀ ਪਾਣੀ ਦਾ ਗਲਾਸ ਨਹੀਂ ਜੇ ਪੁੱਛਦੇ। ਇਹ ਬਾਬੇ ਦੀ ਬਾਣੀ ਕਹਿ ਰਹੀ ਹੈ। ਮਹਾਰਾਜ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਮੇਰਾ ਗੁਰੂ ਨਾਨਕ ਕਹਿੰਦਾ ਇਦਾਂ ਦੇ ਬੰਦੇ ਦੀ ਔਕਾਤ ਮੇਰੀ ਨਜ਼ਰ ਦੇ ਵਿੱਚ ਗੰਦਗੀ ਦੇ ਕੀੜੇ ਤੋਂ ਵੀ ਨੀਵੀਂ ਹੈ। ਜਿਸ ਮਨੁੱਖ ਦੇ ਮਨ ਦੇ ਵਿੱਚ ਰੱਬ ਦੀ ਯਾਦ ਨਹੀਂ, ਰੱਬ ਦਾ ਸਿਮਰਨ ਨਹੀਂ, ਫਿਰ ਸਤਿਗੁਰੂ ਕਿਰਪਾ ਕਰੋ, ਤੁਹਾਡੀ ਨਜ਼ਰ ਦੇ ਵਿੱਚ ਵੱਡਿਆਂ ਭਾਗਾਂ ਵਾਲਾ ਕਿਹੜਾ ਏ? ਤੇ ਮੇਰੇ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਬਹੁਤ ਹੀ ਪਿਆਰਾ ਸ਼ਬਦ। ਮਹਾਰਾਜ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰੂ ਨਾਨਕ ਸਾਹਿਬ ਕਹਿੰਦੇ ਅਸਲ ਦੇ ਵਿੱਚ ਉਹ ਪ੍ਰਾਣੀ ਵੱਡਿਆਂ ਭਾਗਾਂ ਵਾਲਾ ਏ ਜਿਹਨੂੰ ਸੰਗਤ ਦਾ ਸੰਗ ਨਸੀਬ ਹੁੰਦਾ ਏ। ਵੱਡਿਆਂ ਭਾਗਾਂ ਦੀ ਨਿਸ਼ਾਨੀ ਹੀ ਸੰਗਤ ਦੇ ਵਿੱਚ ਆਉਣਾ ਏ। ਤੇ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਏ ਕਿ ਭਲਿਆ ਸੰਗਤ ਹੀ ਇੱਕ ਏਦਾਂ ਦੀ ਜਗ੍ਹਾ, ਏਦਾਂ ਦਾ ਮੁਬਾਰਕ ਸਥਾਨ ਹੈ ਜਿੱਥੇ ਜੁੜਨ ਦੇ ਨਾਲ ਮਨੁੱਖ ਦੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ। ਆਪਾਂ ਸੰਸਾਰਿਕ ਲੋਕ ਆ, ਸੰਸਾਰ ਦੇ ਨਾਲ ਜੁੜੇ ਹੋਣ ਕਰਕੇ ਅਸੀਂ ਆਪਣੇ ਸਰੀਰ ਦਾ, ਆਪਣੇ ਕੱਪੜਿਆਂ ਦਾ ਬੜਾ ਖਿਆਲ ਕਰਦੇ ਆ। ਰਤਾ ਜਿੰਨਾ ਵੀ ਇਹ ਗੰਦੇ ਹੋ ਜਾਂਦੇ ਨੇ, ਮੈਲੇ ਹੋ ਜਾਂਦੇ ਨੇ, ਝਾਟੀ ਪਾਣੀ ਤੇ ਸਾਬਣ ਦੀ ਵਰਤੋਂ ਕਰਕੇ ਉਹਨਾਂ ਨੂੰ ਨਿਰਮਲ ਬਣਾ ਲੈਂਦੇ ਆ। ਇਹ ਗੁਰੂ ਬਾਬੇ ਦੀ ਬਾਣੀ ਦਾ ਫੈਸਲਾ ਹੈ। ਸਾਹਿਬ ਕਹਿੰਦੇ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ, ਉਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਇਹ ਸੰਸਾਰ ਦੀ ਵਾਰਤਾ ਹੈ। ਤੇ ਹਜ਼ੂਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਲਿਆ ਕੇਵਲ ਕੱਪੜੇ ਨਹੀਂ, ਕੇਵਲ ਤੇਰਾ ਤਨ ਨਹੀਂ, ਜਿਹੜਾ ਤੇਰਾ ਮਨ ਹੈ ਇਹ ਵੀ ਵਿਸ਼ਿਆਂ ਵਿਕਾਰਾਂ ਪਾਪਾਂ ਦੀ ਮੈਲ ਦੇ ਨਾਲ ਭਰਿਆ ਹੋਇਆ ਏ। ਭਰਿਆ ਮਤ ਪਾਪਾਂ ਕੈ ਸੰਗ। ਤੇ ਯਾਦ ਰੱਖੀ ਇਹ ਜਿਹੜੀ ਮੈਲ ਹੈ ਇਹ ਇੱਕ ਜਨਮ ਦੀ ਨਹੀਂ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੁਆ ਸਿਆਹੋ ਖੰਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾਹੋ। ਬਾਬੇ ਦੀ ਬਾਣੀ ਕਹਿੰਦੀ ਬ੍ਰਾਹਮਣ ਕੈਲੀ ਘਾਤ ਕੰਜਕਾਂ, ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦੀਆ ਸਦਾ ਸਦਾ ਅਭਿਮਾਨ। ਵਿਸ਼ਿਆਂ ਵਿਕਾਰਾਂ ਦੀ ਮੈਲ ਹੈ, ਹੰਕਾਰ ਦੀ ਮੈਲ ਹੈ, ਲੋਭ ਕਾਮ ਕ੍ਰੋਧ ਇਤਿਆਦਿਕ ਇਹ ਸਾਰੀ ਮੈਲ ਮਨੁੱਖ ਦੇ ਮਨ ਨੂੰ ਚਿੰਬੜੀ ਹੋਈ ਹੈ। ਤੇ ਸਾਧ ਸੰਗਤ ਮੈਨੂੰ ਖਿਮਾ ਕਰਿਓ, ਕਿਸੇ ਫੰਕਸ਼ਨ ਤੇ ਜਾਣਾ ਹੋਵੇ ਨਾ, ਅਸੀਂ ਹਰ ਇੱਕ ਪ੍ਰਾਣੀ ਸ਼ੀਸ਼ੇ ਦੇ ਅੱਗੇ ਖਲੋ ਕੇ ਆਪਣੇ ਆਪ ਨੂੰ ਨਿਹਾਰਦਾ ਏ, ਸ਼ੀਸ਼ੇ ਦੇ ਨਾਲ ਗੱਲਾਂ ਕਰਦਾ ਏ ਕਿ ਮੈਂ ਇਦਾਂ ਦਾ ਬਣ ਕੇ ਜਾਵਾਂ, ਦੁਨੀਆ ਦੇ ਲੋਕ ਮੇਰੇ ਵੱਲ ਵੇਖਣ। ਪਰਵਾਹ ਕਰਦਾ ਏ ਦੁਨੀਆ ਦੇ ਲੋਕਾਂ ਦੀ। ਵਾਰ-ਵਾਰ ਸ਼ੀਸ਼ੇ ਦੇ ਅੱਗੇ ਖਲੋ ਕੇ ਆਪਣੇ ਆਪ ਨੂੰ ਵੇਖਦਾ ਹੈ ਕਿ ਕਿਤੇ ਕਮੀ ਤੇ ਨਹੀਂ ਕੋਈ ਰਹਿ ਗਈ। ਮੈਂ ਦੁਨੀਆ ਦੇ ਸਾਹਮਣੇ ਆਪਣਾ ਮੁਖ ਚੰਗਾ ਲੈ ਕੇ ਜਾਵਾਂਗਾ। ਪਰ ਮੈਨੂੰ ਖਿਮਾ ਕਰਿਓ, ਕੋਈ ਇਦਾਂ ਦਾ ਹੋਵੇਗਾ ਜਿਹੜਾ ਮਨ ਦੇ ਵਿੱਚ ਇਹ ਸੋਚਦਾ ਹੋਵੇਗਾ ਕਿ ਮੈਂ ਗੁਰੂ ਨਾਨਕ ਦੇ ਸਾਹਮਣੇ ਆਪਣਾ ਮੁਖ ਉਜਲਾ ਲੈ ਕੇ ਜਾਵਾਂਗਾ। ਅਸੀਂ ਦੁਨੀਆ ਦੀ ਪਰਵਾਹ ਕਰਦੇ ਹਾਂ, ਦੁਨੀਆ ਦੇ ਲੋਕਾਂ ਦੇ ਸਾਹਮਣੇ ਦੁਨੀਆ ਨੂੰ ਰਜ਼ਾਉਣ ਦੇ ਲਈ, ਦੁਨੀਆ ਨੂੰ ਖੁਸ਼ ਕਰਨ ਦੇ ਲਈ ਅਸੀਂ ਬੜੇ ਤਿਆਰ ਹੁੰਨੇ ਆ, ਪਰ ਮੇਰੇ ਗੁਰੂ ਨਾਨਕ ਨੂੰ ਖੁਸ਼ ਕਰਨ ਦੇ ਲਈ ਅਸੀਂ ਕੋਈ ਵੀ ਤਿਆਰੀ ਨਹੀਂ ਜੇ ਕਰਦੇ। ਸਾਹਿਬ ਨੇ ਤਾਂ ਹੀ ਕਿਹਾ ਭਰੀਐ ਮਤ ਪਾਪਾਂ ਕੈ ਸੰਗ। ਯਾਦ ਰੱਖੀ ਤੇਰਾ ਮਨ, ਤੇਰੀ ਮਤ ਇਹ ਵਿਸ਼ਿਆਂ ਵਿਕਾਰਾਂ ਪਾਪਾਂ ਦੀ ਮੈਲ ਦੇ ਨਾਲ ਭਰੀ ਹੋਈ ਹੈ। ਤੇ ਇਹ ਸੰਸਾਰਿਕ ਪਾਣੀ ਸਾਬਣ ਦੇ ਨਾਲ ਨਹੀਂ ਧੁੱਪਣੀ। ਮੇਰੇ ਗੁਰੂ ਨਾਨਕ ਨੇ ਕਿਹਾ ਉਹ ਧੁੱਪ ਹੈ ਨਾਵੈ ਕੈ ਰੰਗ। ਕੇਵਲ ਰੱਬ ਦਾ ਨਾਮ ਹੈ, ਉਸ ਰੱਬ ਦੀ ਕੀਤੀ ਹੋਈ ਬੰਦਗੀ ਹੈ। ਉਸ ਬੰਦਗੀ ਦੇ ਵਿੱਚ ਇੰਨੀ ਕੁ ਸਮਰੱਥਾ ਏ, ਗੁਰੂ ਦੇ ਕੀਤੇ ਹੋਏ ਦਰਸ਼ਨ, ਗੁਰੂ ਦੇ ਚਰਨਾਂ ਦੇ ਵਿੱਚ ਕੀਤੀ ਹੋਈ ਅਰਦਾਸ ਬੰਦੇ ਦੀ ਮਤ, ਬੰਦੇ ਦੇ ਮਨ ਦੀ ਮੈਲ ਨੂੰ ਦੂਰ ਕਰ ਦਿਆ ਕਰਦੀ ਜੀ। ਤੇ ਇਹ ਕੇਵਲ ਕਹਿਣ ਦੀ ਗੱਲ ਨਹੀਂ। ਭਾਈ ਵਰਿਆਮ ਸਿੰਘ ਜੀ ਕੌਮ ਦੇ ਮਹਾਨ ਪ੍ਰਚਾਰਕ ਸੁਭਾਅ ਬਦਲਣ ਦੀ ਗੱਲ ਕਰਕੇ ਗਏ ਨੇ।
ਸਾਧ ਸੰਗਤ ਸੁਭਾਅ ਨੂੰ ਬਦਲਣਾ ਇਹ ਕਿਤੇ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਜੀ ਹੈਗੀ। ਦਿਮਾਗ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਨਾ, ਅਸੀਂ ਡਾਕਟਰ ਦੇ ਕੋਲ ਜਾਂਦੇ ਆ, ਡਾਕਟਰ ਸਾਡੇ ਉਸ ਦਿਮਾਗ ਦੀ ਪ੍ਰੋਬਲਮ ਨੂੰ ਹੱਲ ਕਰ ਸਕਦਾ ਏ, ਉਹਦਾ ਇਲਾਜ ਕਰ ਇਹ ਏ, ਪਰ ਡਾਕਟਰ ਦੇ ਵੱਸ ਇਹ ਨਹੀਂ ਉਹ ਸਾਡਾ ਸੁਭਾਅ ਬਦਲ ਦੇਵੇ, ਸਾਡੀ ਸੋਚਣ ਦੀ ਸ਼ਕਤੀ ਨੂੰ ਬਦਲ ਦੇਵੇ। ਇਹ ਕੇਵਲ ਤੇ ਕੇਵਲ ਗੁਰੂ ਨਾਨਕ ਹੈ, ਜਿਹੜਾ ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪਿਆ। ਮੇਰੇ ਬਾਬੇ ਨੇ ਉਹਨਾਂ ਦਾ ਸੁਭਾਅ ਹੀ ਬਦਲ ਦਿੱਤਾ। ਗਿਆਨੀ ਗਿਆਨ ਸਿੰਘ ਜੀ ਨੂੰ ਪੜ੍ਹੀਏ, ਉਹਨਾਂ ਨੇ ਜ਼ਿਕਰ ਕੀਤਾ ਹੈ ਤਲਵੰਡੀ ਦੀ ਉਹ ਧਰਤੀ ਹੈ, ਬਾਬਾ ਕਲਿਆਣ ਦਾਸ ਜੀ ਤੇ ਮਾਤਾ ਤ੍ਰਿਪਤਾ ਜੀ ਅਕਾਲ ਚਲਾਣਾ ਕਰ ਗਏ ਨੇ। ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਵਾਲ ਕੀਤਾ ਹੈ ਕਿ ਸਾਹਿਬ ਹੁਣ ਕਿੱਧਰ ਤਿਆਰੀ ਹੈ? ਤੇ ਮੇਰੇ ਗੁਰੂ ਨਾਨਕ ਨੇ ਕਿਹਾ ਆਪਾਂ ਉੱਥੇ ਜਾਣਾ ਏ ਜਿੱਥੇ ਮੁਸਲਮਾਨਾਂ ਦਾ ਰੱਬ ਅੱਲਾਹ ਤਾਲਾ ਖੁਦਾ ਵਸਦਾ ਹੈ। ਮੱਕੇ ਦੇ ਵੱਲ ਇਸ਼ਾਰਾ ਕੀਤਾ ਹੈ। ਤਲਵੰਡੀ ਤੋਂ ਤੁਰੇ ਨੇ ਸ਼ਰਕਪੁਰਾ, ਸ਼ੇਖੂਪੁਰਾ, ਔਰ ਅੱਗੇ ਉਹ ਧਰਤੀ ਹੈ ਜਿੱਥੇ ਬਾਬਾ ਫਰੀਦ ਜੀ ਨੇ ਆਪਣੇ ਚਰਨ ਪਾ ਕੇ ਉਸ ਧਰਤੀ ਨੂੰ ਮੁਬਾਰਕ ਕੀਤਾ, ਜਿਹਨੂੰ ਆਪਾਂ ਪਾਕ ਪਟਨ ਕਹਿੰਦੇ ਆ। ਪਾਕ ਪਟਨ ਤੋਂ ਅਗਾਂਹ ਉਹ ਇਲਾਕਾ ਏ ਜਿਹਨੂੰ ਇਤਿਹਾਸ ਦੇ ਪੰਨਿਆਂ ਨੇ ਤੁਲੰਬਾ ਸ਼ਹਿਰ ਕਿਹਾ ਏ, ਔਰ ਉਸ ਤੁਲੰਬੇ ਦੇ ਵਿੱਚ ਇੱਕ ਵਿਅਕਤੀ ਵਸਦਾ ਏ, ਇੱਕ ਅਹਿਲਕਾਰ ਹੈ ਜਿਹਦਾ ਪਹਿਰਾਵਾ ਧਾਰਮਿਕ ਹੈ, ਪਰ ਅੰਦਰ ਦੀ ਜਿਹੜੀ ਉਹਦੀ ਮੱਤ ਹੈ ਉਹ ਪਾਪਾਂ ਦੇ ਨਾਲ ਭਰੀ ਹੋਈ ਹੈ, ਜਿਹਨੂੰ ਇਤਿਹਾਸ ਨੇ ਸੱਜਣ ਠੱਗ ਕਹਿ ਕੇ ਸੰਬੋਧਨ ਕੀਤਾ ਏ। ਸਰੀਰ ਦੇ ਉੱਪਰ ਧਾਰਮਿਕ ਪਹਿਰਾਵਾ ਏ, ਦਿਨ ਦਾ ਕੰਮ ਉਹਦਾ ਵੱਖਰਾ ਏ ਤੇ ਰਾਤ ਦਾ ਉਹਦਾ ਕਿੱਤਾ ਬਿਲਕੁਲ ਵੱਖਰਾ ਏ। ਕੋਈ ਵੀ ਅਹਿਲਕਾਰ ਆਉਂਦਾ ਏ, ਕੋਈ ਵੀ ਮਾਇਆਧਾਰੀ ਆਉਂਦਾ ਏ, ਉਹਦੀ ਬੜੀ ਸੇਵਾ ਕਰਦਾ ਏ, ਔਰ ਰਾਤ ਦੇ ਸਮੇਂ ਉਹਨੂੰ ਲੁੱਟ ਕੇ ਕੁੱਟ ਕੇ ਮਾਰ ਕੇ ਖੂਹ ਦੇ ਵਿੱਚ ਸੁੱਟ ਦਿੰਦਾ ਏ, ਤੇ ਜੋ ਕੁਝ ਵੀ ਉਹਦੇ ਕੋਲ ਮਾਲ ਅਸਬਾਬ ਹੁੰਦਾ ਏ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲੈਂਦਾ ਏ। ਇਹ ਸੱਜਣ ਦੀ ਨਿਤ ਦੀ ਕਿਰਿਆ ਹੋਇਆ ਕਰਦੀ ਸੀ। ਅੱਜ ਮੇਰਾ ਗੁਰੂ ਨਾਨਕ ਪਹੁੰਚਿਆ ਏ, ਨਾਲ ਭਾਈ ਮਰਦਾਨਾ ਏ। ਜਦੋਂ ਸੱਜਣ ਦੇ ਭਤੀਜੇ ਕੱਜਣ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ, ਇਤਿਹਾਸ ਕਹਿੰਦਾ ਏ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਦਾ ਨੂਰ ਬੜਾ ਸੀ। ਇਹਨੂੰ ਭੁਲੇਖਾ ਪਿਆ ਏ ਕਿ ਇਹ ਕੋਈ ਆਮ ਵਿਅਕਤੀ ਨਹੀਂ, ਜਾ ਕੇ ਸਾਰੀ ਹਕੀਕਤ ਦੱਸੀ ਹੈ। ਸੱਜਣ ਆਪ ਆਇਆ ਏ ਗੁਰੂ ਨਾਨਕ ਸਾਹਿਬ ਜੀ ਨੂੰ ਲੈਣ ਵਾਸਤੇ। ਇਤਿਹਾਸ ਕਹਿੰਦਾ ਏ ਇੱਕ ਥਾਂ ਤੇ ਮੇਰੇ ਸਾਹਿਬ ਨੇ ਉਤਾਰਾ ਕੀਤਾ ਏ, ਸ਼ਾਮ ਦਾ ਸਮਾਂ ਏ, ਭਾਈ ਮਰਦਾਨੇ ਦੇ ਵੱਲ ਇਸ਼ਾਰਾ ਕੀਤਾ ਏ, ਛੇੜ ਰਬਾਬ ਸਿਫਤ ਕਰੀਏ ਉਸ ਖੁਦਾ ਦੀ। ਰਬਾਬ ਦੇ ਭਾਈ ਮਰਦਾਨੇ ਨੇ ਆਪਣੀਆਂ ਉਂਗਲਾਂ ਲਾਈਆਂ ਨੇ, ਮੇਰੇ ਗੁਰੂ ਨਾਨਕ ਨੇ ਉਸ ਰੱਬ ਦੀ ਸਿਫਤ ਕੀਤੀ ਹੈ। ਇਤਿਹਾਸ ਕਹਿੰਦਾ ਏ ਜਦੋਂ ਰੱਬ ਦੀ ਕੀਤੀ ਹੋਈ ਸਿਫਤ ਦੀ ਆਵਾਜ਼ ਸੱਜਣ ਦੇ ਕੰਨਾਂ ਦੇ ਵਿੱਚ ਪਈ ਹੈ, ਇਹ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਆਸਨ ਤੋਂ ਉੱਠਿਆ ਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਆ ਕੇ ਬੈਠ ਗਿਆ ਏ। ਇੰਨੀ ਹਿੰਮਤ ਨਹੀਂ ਕਿ ਇਹ ਗੁਰੂ ਨਾਨਕ ਸਾਹਿਬ ਜੀ ਦੇ ਨੇਤਰਾਂ ਦੇ ਵਿੱਚ ਨੇਤਰ ਮਿਲਾ ਸਕੇ। ਅੱਖਾਂ ਬਿਲਕੁਲ ਨੀਵੀਆਂ ਨੇ ਔਰ ਗੁਰੂ ਬਾਬੇ ਦੀ ਬਾਣੀ ਨੂੰ ਇਹ ਸੁਣਦਾ ਪਿਆ ਏ। ਸਾਡਾ ਇਤਿਹਾਸ ਕਹਿੰਦਾ ਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸੱਜਣ ਦੇ ਵੱਲ ਵੇਖਿਆ ਏ ਤੇ ਆਪਣੇ ਮੁਖਾਰ ਬਿੰਦ ਤੋਂ ਮੁਸਕਰਾ ਕੇ ਇੱਕ ਸ਼ਬਦ ਕਿਹਾ ਏ। ਕਹਿ ਲੱਗੇ ਭਲਿਆ ਤੇਰਾ ਨਾਮ ਸੱਜਣ ਹੈ, ਪਰ ਤੇਰੇ ਕੰਮਾਂ ਦੇ ਵਿੱਚ ਸੱਜਣਤਾਈ ਨਹੀਂ ਹੈਗੀ। ਸੱਚ ਨੂੰ ਸੱਚ ਕਹਿਣਾ ਇਹ ਵੀ ਗੁਰੂ ਨਾਨਕ ਸਾਹਿਬ ਦੇ ਹਿੱਸੇ ਆਇਆ ਏ। ਬਾਬਰ ਨੂੰ ਜਾਬਰ ਕਹਿਣਾ ਇਹ ਵੀ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਏ। ਕਹਿਣ ਲੱਗੇ ਸੱਜਣਾ ਨਾ ਤੇਰਾ ਸੱਜਣ ਹੈ, ਪਰ ਯਾਦ ਰੱਖੀ ਤੇਰੇ ਕੰਮਾਂ ਦੇ ਵਿੱਚ ਸੱਜਣਤਾਈ ਨਹੀਂ। ਜਦੋਂ ਸੱਜਣ ਨੇ ਇਹ ਸ਼ਬਦ ਸੁਣੇ ਨੇ ਉਹ ਧੁਰ ਤੱਕ ਹਿੱਲ ਗਿਆ ਏ, ਹਜ਼ੂਰ ਦੇ ਚਰਨਾਂ ਦੇ ਵੱਲ ਤੱਕਿਆ ਏ, ਹਜ਼ੂਰ ਦੇ ਚਿਹਰੇ ਵੱਲ ਤੱਕਿਆ ਏ ਤੇ ਮੇਰੇ ਗੁਰੂ ਨਾਨਕ ਨੇ ਮੁਸਕਰਾ ਕੇ ਭਾਈ ਮਰਦਾਨੇ ਦੇ ਵੱਲ ਵੇਖਿਆ। ਮਰਦਾਨੇ ਨੇ ਇਸ਼ਾਰਾ ਸਮਝ ਕੇ ਰਬਾਬ ਤੇ ਹੱਥ ਪਾਇਆ ਏ ਤੇ ਮੇਰੇ ਹਜ਼ੂਰ ਨੇ ਉਸ ਰੱਬ ਦੀ ਸਿਫਤ ਕਰਦਿਆਂ ਹੋਇਆ ਸੱਜਣ ਨੂੰ ਉਪਦੇਸ਼ ਦਿੱਤਾ। ਮਹਾਰਾਜ ਕਹਿੰਦੇ ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ
ਜੇ ਸੋ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆ ਨਾਲ ਚਲਨ ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਇਹ ਸ਼ਬਦ ਜਦੋਂ ਸੱਜਣ ਨੇ ਸੁਣੇ ਨੇ, ਸੱਜਣ ਸਿਰ ਤੋਂ ਲੈ ਕੇ ਪੈਰਾਂ ਤੱਕ ਹਿੱਲ ਗਿਆ ਏ। ਮੇਰੇ ਹਜ਼ੂਰ ਨੇ ਕਿਹਾ, ਉਹ ਸੱਜਣਾ, ਜਿਸ ਮਾਇਆ ਨੂੰ ਤੂੰ ਆਪਣਾ ਸੱਜਣ ਬਣਾਈ ਫਿਰਦਾ ਏ, ਯਾਦ ਰੱਖੀ ਉਹ ਮਾਇਆ ਤੇ ਜਿਉਂਦੇ ਜੀ ਬੰਦੇ ਦਾ ਸਾਥ ਛੱਡ ਜਾਂਦੀ ਹੈ। ਉਸ ਮਾਇਆ ਨੂੰ ਅਪਣਾਉਣ ਦੇ ਲਈ, ਉਸ ਮਾਇਆ ਨੂੰ ਹਥਿਆਉਣ ਦੇ ਲਈ ਤੂੰ ਇੰਨੇ ਕੁਕਰਮ ਕਰਦਾ ਪਿਆ ਏ। ਯਾਦ ਰੱਖੀ ਸੱਜਣ ਉਹ ਹੁੰਦਾ ਏ ਜਿਹੜਾ ਮੁਸੀਬਤ ਦੇ ਵਿੱਚ ਕੰਮ ਆਵੇ। ਬਾਬੇ ਦੀ ਬਾਣੀ ਦਾ ਇੱਕ ਬਚਨ ਮੈਂ ਸਾਂਝਾ ਕਰਦਾ ਜਾਵਾਂ। ਹਜ਼ੂਰ ਕਹਿੰਦੇ ਜਦੋਂ ਦੁਨਿਆਵੀ ਆਸਰੇ ਬੰਦੇ ਦੇ ਖਤਮ ਹੋ ਜਾਂਦੇ ਨੇ, ਬੰਦਾ ਖੱਬੇ ਸੱਜੇ ਵੇਖਦਾ ਏ, ਕਿਸੇ ਹੀ ਧੜਾ ਕੀਆ। ਮਹਾਰਾਜ ਕਹਿੰਦੇ ਕੋਈ ਧੜਾ ਕਰਦਾ ਏ ਆਪਣੇ ਮਿੱਤਰ ਦੇ ਨਾਲ, ਆਪਣੇ ਪੁੱਤਰ ਦੇ ਨਾਲ, ਆਪਣੇ ਜਵਾਈ ਦੇ ਨਾਲ, ਆਪਣੇ ਕੁੜਮ ਦੇ ਨਾਲ, ਆਪਣੇ ਚੌਧਰੀ ਸਿਕਦਾਰ ਦੇ ਨਾਲ। ਪਰ ਗੁਰੂ ਬਾਬੇ ਦੀ ਬਾਣੀ ਕਹਿੰਦੀ ਹੈ, ਭਲਿਆ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਗਾਏ, ਬਾਹਰ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਕਹਿੰਦੇ ਬੰਦੇ ਦਾ ਆਸਰਾ ਨਾ ਤੱਕੀ, ਆਸਰਾ ਤੱਕਣਾ ਏ ਤੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਦਾ ਤੱਕੀ, ਕਿਉਂਕਿ ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ, ਸਾਕ ਭੇ ਭੱਜ ਖਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ, ਬ੍ਰਹਮਤਾ ਲੱਗੈ ਨਾ ਤਤੀ ਵਾਓ, ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ, ਸਵਾਰਥ ਸੁਆਓ ਨਾ ਕੋ ਕਰੈ, ਨਾ ਕਿਛ ਹੋਵੈ ਕਾਜ, ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਨਿਹਚਲ ਹੋਵੈ ਰਾਜ। ਮਹਾਰਾਜ ਕਹਿਣ ਲੱਗੇ, ਉਹ ਸੱਜਣਾ, ਜਿਸ ਮਾਇਆ ਨੂੰ ਤੂੰ ਸੱਜਣ ਸਮਝ ਕੇ ਉਹਦੇ ਨਾਲ ਪ੍ਰੀਤ ਪਾਈ ਬੈਠਾ ਏ, ਯਾਦ ਰੱਖੀ ਉਸ ਮਾਇਆ ਨੇ ਤੇ ਜਿਉਂਦੇ ਜੀ ਵੀ ਤੇਰਾ ਸਾਥ ਨਹੀਂ ਦੇਣਾ। ਦੁਨੀ ਚੰਦ ਨੂੰ ਵੀ ਕਿਹਾ ਸੀ ਕਿ ਆ ਸੂਈ ਲੈ ਲਾ, ਪਰਲੋਕ ਦੇ ਵਿੱਚ ਤੇਰੇ ਕੋਲੋਂ ਲਵਾਂਗੇ। ਘਰੇ ਗਿਆ ਏ, ਘਰ ਵਾਲੀ ਨੂੰ ਕਹਿਣ ਲੱਗਾ, ਆ ਸੂਈ ਸਾਂਭ ਲੈ, ਨਾਨਕ ਤਪੇ ਨੇ ਪਰਲੋਕ ਦੇ ਵਿੱਚ ਮੇਰੇ ਕੋਲੋਂ ਲੈਣੀ ਹੈ। ਘਰ ਵਾਲੀ ਸਿਆਣੀ ਸੀ, ਕਹਿਣ ਲੱਗੀ, ਸਵਾਮੀ ਜੀ ਕੀ ਹੋ ਗਿਆ ਜੇ, ਪਰਲੋਕ ਦੇ ਵਿੱਚ ਤੇ ਤੁਹਾਡਾ ਸਰੀਰ ਵੀ ਨਾਲ ਨਹੀਂ ਜਾਣਾ, ਸੂਈ ਤੁਸੀਂ ਕਿਵੇਂ ਲੈ ਕੇ ਜਾਓਗੇ। ਉਨੀ ਪੈਰੀ ਵਾਪਸ ਆਇਆ ਏ ਤੇ ਹਜੂਰ ਦੇ ਚਰਨਾਂ ਦੇ ਵਿੱਚ ਸੂਈ ਰੱਖ ਕੇ ਕਹਿਣ ਲੱਗਾ, ਮਾਲਕ ਜੀ ਇਹ ਸਰੀਰ ਨਾਲ ਨਹੀਂ ਜਾਣਾ, ਮੈਂ ਸੂਈ ਕਿਵੇਂ ਲੈ ਕੇ ਜਾਵਾਂਗਾ। ਤੇ ਮੇਰੇ ਗੁਰੂ ਨਾਨਕ ਨੇ ਕਿਹਾ, ਉਹ ਭਲਿਆ ਸਰੀਰ ਸੂਈ ਦਾ ਤੇ ਤੈਨੂੰ ਸਮਝ ਲੱਗ ਗਈ ਹੈ, ਆ ਜਿਹੜੇ ਕੋਠੇ ਦੇ ਉੱਪਰ 7 ਝੰਡੇ ਗੱਡੇ ਹੋਏ ਨੇ, ਇਹਨਾਂ ਦੀ ਸਮਝ ਤੈਨੂੰ ਕਦੋਂ ਲੱਗੇਗੀ। ਤੂੰ ਆਪ ਕਹਿ ਰਿਹਾ ਹੈ ਨਾਲ ਨਹੀਂ ਜਾਣੇ, ਤੇ ਲੋਕਾਂ ਨੂੰ ਕੁੱਟ ਕੇ, ਮਾਰ ਕੇ, ਲੁੱਟ ਕੇ, ਖੂਨ ਚੂਸ ਕੇ ਆ ਜਿਹੜੀ 7 ਝੰਡਿਆਂ ਵਾਲੀ ਮਾਇਆ ਇਕੱਠੀ ਕੀਤੀ ਹੋਈ ਹੈ, ਕੀ ਇਹ ਨਾਲ ਨਿਭੇਗੀ। ਸੋਝੀ ਆ ਗਈ ਹੈ। ਸੱਜਣ ਨੂੰ ਕਹਿਣ ਲੱਗੇ, ਓਏ ਸੱਜਣਾ, ਨਾ ਸੱਜਣ ਹੈ ਤੇਰੇ ਸੱਜਣ ਬਣਾਉਣਾ ਏ, ਰੱਬ ਦੇ ਨਾਮ ਨੂੰ ਸੱਜਣ ਬਣਾ। ਮੇਰੇ ਗੁਰੂ ਨਾਨਕ ਦੇ ਬਚਨਾਂ ਨੂੰ ਸੁਣਿਆ ਤੇ ਸੱਜਣ ਦਾ ਸੁਭਾਅ ਹੀ ਬਦਲ ਗਿਆ। ਤਾਂ ਹੀ ਭਾਈ ਗੁਰਦਾਸ ਨੇ ਕਿਹਾ ਏ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਵੱਡੀ ਕਮਾਈ ਦਾ ਸਦਕਾ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਮੈਂ ਅਖੀਰਲੀ ਬੇਨਤੀ ਕਰਕੇ ਸਮਾਪਤੀ ਕਰ ਲੱਗਾ ਵਾਂ। ਵੱਖ-ਵੱਖ ਵਿਦਵਾਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਉਸਤਤੀ ਕੀਤੀ ਹੈ। ਮੈਂ ਵਾਰ-ਵਾਰ ਜ਼ਿਕਰ ਕਰਦਾ ਹੁੰਨਾ ਏ, ਸਵੇਰੇ ਵੀ ਜ਼ਿਕਰ ਕੀਤਾ ਸੀ ਅੱਲਾ ਯਾਰ ਖਾਂ ਜੋਗੀ ਦਾ। 2 ਕਿਤਾਬਾਂ ਲਿਖੀਆਂ ਨੇ, ਇੱਕ ਗੰਜ ਸ਼ਹੀਦਾਂ ਤੇ ਸ਼ਹੀਦਾਨ ਵਫਾ। ਇਹਨਾਂ ਦੋਨਾਂ ਕਿਤਾਬਾਂ ਦੇ ਵਿੱਚ ਉਸ ਮੁਸਲਮਾਨ ਲੇਖਕ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ 4 ਲਾਲਾਂ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ, ਔਰ ਨਾਲ ਦੀ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਉਸਤਤੀ ਕਰਦਿਆਂ ਹੋਇਆ ਉਹਨੇ ਸ਼ਬਦ ਬੜੇ ਕਮਾਲ ਦੀ ਲਿਖੇ। ਉਹ ਕਹਿੰਦਾ, ਐ ਦੁਨੀਆ ਦੇ ਲੋਕੋ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੁਨੀਆ ਦੇ ਵਿੱਚ ਬੜੇ ਪੀਰ, ਪੈਗੰਬਰ, ਔਲੀਏ, ਦੇਵਤੇ ਆਏ ਨੇ, ਜਿਨ੍ਹਾਂ ਨੂੰ ਰੱਬ ਨੇ ਇਸ ਸੰਸਾਰ ਦੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇਣ ਦੇ ਲਈ ਭੇਜਿਆ ਆਪਣੇ ਘਰ ਦੇ ਵਿੱਚੋਂ। ਪਰ ਉਹਨਾਂ ਨੂੰ ਮੰਨਣ ਵਾਲਿਆਂ ਨੇ ਆਪਣਾ ਇੱਕ ਵੱਖਰਾ ਧਰਮ ਬਣਾ ਲਿਆ।
ਇੱਕ ਦੂਸਰੇ ਨੂੰ ਕਾਫਰ ਤੇ ਮਲੇਸ਼ ਕਹਿ ਕੇ ਉਹ ਸੰਬੋਧਨ ਕਰਦੇ ਨੇ। ਅੱਲਾ ਯਾਰ ਖਾਂ ਜੋਗੀ ਲਿਖਦਾ ਏ, ਕਹਿੰਦਾ ਗੁਰੂ ਨਾਨਕ ਇਸ ਕਰਕੇ ਵੱਡਾ ਏ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਖਲਕਤ ਨੂੰ ਆਪਣੀ ਗਲ ਵਕੜੀ ਦੇ ਵਿੱਚ ਲਿਆ। ਸ਼ਬਦ ਬੜੇ ਕਮਾਲ ਦੇ, ਉਹ ਕਹਿੰਦਾ ਜੂੰ ਤੋਂ बड़े पारसा हुए इस जहां में, बहुत से रहनुमा हुए इस जहां में, नबी देवते औलिए हुए इस जहां में, जिन्हें भेजता है खुदा इस जहां में। अगे लिखदा है कहंदा फर्क की है, कहंदा फर्क उनके पैरे उनको मानते हैं, पर ऐ गुरु तुमको सब गुरु जानते हैं। क्यों जानते ने? वो कहता अगर आपकी गुफ्तगू भाई ना होती तो मुस्लिम तुम्हारी रहनुमाई ना होती, तुझ पे शायदा खुदाई ना होती तो तेरी लाश पे हाथापाई ना होती। ना हिंदू जलाने में तकरार करते, ना मुसलमान दफनाने में तकरार करते। वो लिखदा है कहता दुनिया दे विच केवल एक रहबर, एक अजीम शख्सियत श्री गुरु नानक देव पातशाह जी होए ने। हिंदू कहन लगे ये साडा भगवान है, ते मुसलमान कहन लगे भोलिओ भुलिओ ना, ये केवल तुहाडा भगवान नहीं, ये साडा पीर भी है। क्योंकि मेरे गुरु नानक ने हिंदुआं ते मुसलमानां नूं बराबर दा सत्कार दे के अपने सीने ते ना ला के बख्शिशां दे नाल निवाजिया है। ऐसे गुरु नानक देव पातशाह जी दा साडे उपर बड़े पर उपकार ने। मैं ते अक्सर बेनती करदा हुन्ना है, साडा रोम रोम साडा सवास सवास गुरु नानक साहब जी दियां बख्शिशां पर उपकारां दा करजाई है। जे सवास सवास भी सिमरन गुरु नानक साहब जी की याद दे विच जुड़ीए ते तां भी ये साडा मनुखा जामा घट पै जावेगा। मेरे दाते दे पर उपकार बहुत ज़्यादा ने। गुरु नानक साहब जी की याद दे विच जुड़े आ। अखीरली बेनती करके मैं समाप्ति कर लगा वां। जिवें गुरमुखां दे द्वारा आप सिख संगत नूं दस्सिया गया है कि श्रोमणी गुरुद्वारा प्रबंधक कमेटी दे वल्लों श्री गुरु नानक देव पातशाह जी दे प्रकाश पुरब नूं समर्पित गुरुद्वारा श्री बेर साहिब सुल्तानपुर लोधी दी समूह मैनेजमेंट वल्लों आप सिख संगत दे सहयोग दे नाल जिथे धार्मिक समागम करवाए जा रहे ने, उत्थे विशेष करके पंज प्यारे साहिबान श्री अकाल तख्त साहिब जी तो पहुँच के अमृत का बाटा भी तैयार करनगे। ठीक 12 बजे लंगर हाल जी दे अस्थान दे उपर अमृत का बाटा तैयार होवेगा। अमृत अभिलाखियां नूं बेनती है कि गुरु की कृपा दे नाल ये मनुखा जन्म मिलिया है। सतगुर कै जन्म है गवन मिटाया। एक जन्म साडा साडे माता पिता तो होया है ते दूसरा जन्म साडा गुरु घर दे विच होना है। गुरु घर दे विच जन्म लैन दी मर्यादा दी आरंभता ही अमृत तो हुंदी है। इस करके आपां गुरु कलगीधर पातशाह जी दे घर दे विच जन्म लैन दे लई अमृत दी दात नूं जरूर हासिल करिए। ककार धर्म प्रचार कमेटी श्री अमृतसर साहिब वल्लों भेटा रहत दिते जाणगे। पंज प्यारे साहिबान 12 बजे अमृत का बाटा तैयार करनगे। आपां सारियां ने अमृत छक के जिथे गुरु नानक साहब जी दियां खुशियां लैणियां उत्थे धन गुरु कलगीधर पातशाह जी दे खालसाई परिवार दे मैंबर बन के यह लोक सुखीए परलोक सुहेले नानक हर प्रभ आपे मेले वाली दात दे पात्र बनना है। इन्नियां को बेनतियां आप समुची सिख संगत ने प्रवान करनियां। धन्नवाद समूह संगत दा, गुरुद्वारा श्री बेर साहिब जी दी समूह मैनेजमेंट दा, अति सत्कारयोग वीर वरियाम सिंह जी दा, शुक्र सतगुरु श्री गुरु ग्रंथ साहिब जी दा, जिन्हां दी कृपा दे नाल कुछ गुरमत दियां विचारां आप सिख संगतां दे नाल सांझियां कीतियां ने। बेअंत प्रकार दियां भुल्लां चुक्कां दी मुआफी असीस दिंदे होए फतेह गजाओ। वाहिगुरु जी का खालसा वाहिगुरु जी की फतेह।